नानक सो आराधिया अंत न पारवार। पत राखी गुर पार ब्रह्म तज परपंच मोह विकार। नानक सो आराधिया अंत न पारावार। पौड़ी पप्पा परमित पार न पाया। पतित पावन अगम हर राया। होत पुनीत कोट अपराधु। अमृत नाम जपै मिल साधु। परपंच त्रो मोह मिटनाई। जाको रखो आप गुसाई। पातशाह छतर सिर सो। नानक दूसर अवर न को। पातशाह छतर सिर सो। नानक दूसर अवर न को। वाहिगुरु जी का खालसा वाहिगुरु जी की फतेह। परम सन्मान योग चबर छतर तख्त दे मालक गरीब नवाज सतगुरु गुरु ग्रंथ साहिब जी की पवित्र हजूरी विच निता प्रति दे तरह ਅੰਮ੍ਰਿਤ ਵੇਲੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਪਾਵਨ ਬਾਣੀ ਆਸਾ ਦੀ ਵਾਰ ਦਾ ਹਰ ਜਸ ਕੀਰਤਨ ਸਰਵਨ ਕਰ ਰਹੇ ਗੁਰੂ ਸਵਾਰਿਓ ਆਪ ਸਭ ਬਹੁਤ ਵੱਡੇ ਭਾਗਾਂ ਵਾਲੇ ਹੋ ਜੋ ਮਨੁੱਖਾ ਜ਼ਿੰਦਗੀ ਦੇ ਇਸ ਕੀਮਤੀ ਸਮੇਂ ਨੂੰ ਸਫਲਾ ਕਰਨ ਦੇ ਲਈ ਆਪਣੇ ਘਰੇਲੂ ਕੰਮਾਂ ਕਾਰਾਂ ਵਿੱਚੋਂ ਸਮਾਂ ਕੱਢ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਕਰਕੇ ਬੈਠੇ ਹੋ। ਆਓ ਸਾਧ ਸੰਗਤ ਜੀ ਪਾਵਨ ਬਾਣੀ ਗੌੜੀ ਬਾਵਨ ਅਖਰੀ ਜਿਸ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਆਓ ਪਾਵਨ ਸ਼ਬਦ ਦੇ ਵਿਚਾਰ ਦੇ ਨਾਲ ਆਪਣੀਆਂ ਮਨ ਬਿਰਤੀਆਂ ਨੂੰ ਜੋੜੀਏ। ਗੌੜੀ ਬਾਵਨ ਅਖਰੀ ਇਸ ਪਾਵਨ ਬਾਣੀ ਦੀ 37 ਨੰਬਰ ਪੌੜੀ ਅਤੇ ਇਸ ਦੇ ਨਾਲ ਜੋ ਇੱਕ ਸ਼ਲੋਕ ਹਜੂਰ ਸੱਚੇ ਪਾਤਸ਼ਾਹ ਦਾ ਦਰਜ ਹੈ, ਇਹਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਆਓ ਸਾਧ ਸੰਗਤ ਇਸ ਦੇ ਅਖਰੀ ਅਰਥ ਭਾਵ ਅਰਥ ਸਾਂਝੇ ਕਰਨ ਤੋਂ ਪਹਿਲਾਂ ਸਮੁੱਚੀਆਂ ਸੰਗਤਾਂ ਗੁਰੂ ਕੇ ਚਰਨਾਂ ਵਿੱਚ ਸੀਸ ਝੁਕਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਹੋਇਆਂ ਸਾਰੇ ਹੀ ਜਪੋ
ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। 37 ਨੰਬਰ ਇਸ ਪੌੜੀ ਅਤੇ ਜੋ ਨਾਲ ਇੱਕ ਸ਼ਲੋਕ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 258 ਦੇ ਉੱਪਰ ਸੁਭਾਏਮਾਨ ਹਨ। ਇਹਨਾਂ ਪਾਵਨ ਬਚਨਾਂ ਦੇ ਰਾਹੀਂ ਗੁਰੂ ਅਰਜਨ ਸਾਹਿਬ ਮਹਾਰਾਜ ਕਿਰਪਾ ਕਰ ਰਹੇ ਨੇ। ਹੇ ਭਾਈ, ਗੁਰੂ ਦਾ ਪਰਮੇਸ਼ਰ ਦਾ ਜਿਹੜਾ ਬਿਰਧ ਹੈ ਉਹ ਕੈਸਾ ਹੈ। ਗੁਰੂ ਤੇ ਪਰਮੇਸ਼ਰ ਇੱਕ ਹੀ ਰੂਪ ਹਨ। ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਪਰਮੇਸ਼ਰ ਦਾ ਬਿਰਧ ਜਿਹੜਾ ਹੈ ਬੜਾ ਹੀ ਕਿਰਪਾਲੂ, ਦਿਆਲੂ ਤੇ ਬਖਸ਼ੰਦ ਹੈ। ਇਸ ਸੰਸਾਰ ਦੇ ਅੰਦਰ ਅਨੇਕਾਂ ਹੀ ਐਸੇ ਜੀਵ ਹਨ ਜਿਹੜੇ ਅੰਦਰੋਂ ਕੁਝ ਹੋਰ ਹਨ, ਬਾਹਰੋਂ ਕੁਝ ਹੋਰ ਹਨ। ਤੇ ਜਿਹੜਾ ਮਨੁੱਖ ਅੰਦਰੋਂ ਕੁਝ ਹੋਰ ਹੋਵੇ, ਬਾਹਰੋਂ ਕੁਝ ਹੋਰ ਹੋਵੇ, ਆਪਾਂ ਉਹਦੇ ਬਾਰੇ ਕਹਿੰਦੇ ਆ ਕਿ ਇਹ ਬੰਦਾ ਜਿਹੜਾ ਹੈ ਪਖੰਡੀ ਹੈ, ਇਹ ਪਖੰਡ ਕਰ ਰਿਹਾ ਹੈ। ਜਿਹੜਾ ਬੰਦਾ ਮੋਹ ਵਿੱਚ ਵੱਜਾ ਹੋਇਆ ਪਖੰਡ ਕਰ ਰਿਹਾ ਹੋਵੇ, ਝੂਠ ਬੋਲ ਰਿਹਾ ਹੋਵੇ, ਉਹਨੂੰ ਸਾਰਾ ਸੰਸਾਰ ਜਿਹੜਾ ਹੈ ਦੁਰਕਾਰ ਦਿੰਦਾ ਹੈ, ਮੂੰਹ ਨਹੀਂ ਲਾਉਂਦਾ। ਪਖੰਡੀ ਬੰਦੇ ਦੇ ਕੋਈ ਨੇੜੇ ਨਹੀਂ ਬਹਿੰਦਾ, ਕਹਿੰਦਾ ਇਹ ਪਖੰਡ ਕਰਨ ਵਾਲਾ ਹੈ, ਇਹ ਝੂਠ ਬੋਲਣ ਵਾਲਾ ਹੈ, ਇਹ ਕੁਫਰ ਤੋਲਦਾ ਹੈ। ਪਰ ਗੁਰੂ ਪਰਮੇਸ਼ਰ ਦਾ ਬਿਰਧ ਹੈ। ਸਤਿਗੁਰੂ ਦੀ ਸ਼ਰਨ ਵਿੱਚ ਜੋ ਵੀ ਮਨੁੱਖ ਆ ਜਾਂਦਾ ਹੈ, ਭਾਵੇਂ ਉਹ ਜਿੱਡਾ ਮਰਜੀ ਵੱਡਾ ਪਾਪੀ ਹੋਵੇ, ਜਿੱਡਾ ਮਰਜੀ ਵੱਡਾ ਪਖੰਡੀ ਹੋਵੇ, ਸਤਿਗੁਰੂ ਦਾ ਬਿਰਧ ਬਖਸ਼ੰਦ ਹੈ। ਜਿਸ ਤਰ੍ਹਾਂ ਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ ਕਿ ਇੱਕ ਬੱਚਾ ਗਲਤੀ ਕਰੇ ਤੇ ਹੋ ਸਕਦਾ ਦੁਨੀਆ ਦੇ ਲੋਕ ਉਸ ਗਲਤੀ ਨੂੰ ਮੁਆਫ ਨਾ ਕਰਨ, ਪਰ ਇੱਕ ਪਿਤਾ ਦਾ ਬਿਰਧ ਹੈ, ਇੱਕ ਮਾਂ ਦਾ ਸੁਭਾਅ ਹੈ, ਉਹ ਬੱਚੇ ਦੀ ਗਲਤੀ ਨੂੰ ਮੁਆਫ ਕਰਕੇ ਤੇ ਫਿਰ ਉਹਨੂੰ ਆਪਣੇ ਗਲ ਦੇ ਨਾਲ ਲਾ ਲੈਂਦੇ ਨੇ। ਜੈਸਾ ਬਾਰਕ ਪਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗਲ ਲਾਵੇ। ਕਹਿੰਦੇ ਪਿਤਾ ਮੁੜ ਕੇ ਗਲ ਦੇ ਨਾਲ ਲਾ ਲੈਂਦਾ ਹੈ। ਇਸੇ ਤਰ੍ਹਾਂ ਦਾ ਬਿਰਧ ਜਿਹੜਾ ਹੈ, ਸੁਭਾਅ ਜਿਹੜਾ ਹੈ, ਗੁਰੂ ਅਤੇ ਪਰਮੇਸ਼ਰ ਦਾ ਹੈ। ਜਿਨ੍ਹਾਂ ਦੇ ਸਿਰ ਤੇ ਗੁਰੂ ਆਪਣਾ ਮਿਹਰ ਭਰਿਆ ਹੱਥ ਰੱਖ ਦਿੰਦਾ, ਉਹ ਮਨੁੱਖ ਜਿਹੜੇ ਨੇ ਉਹਨਾਂ ਦੇ ਜੀਵਨ ਦੇ ਅੰਦਰ ਫਿਰ ਕਿਸੇ ਤਰ੍ਹਾਂ ਦਾ ਪਰਪੰਚ ਭਾਵ ਪਖੰਡ ਨਹੀਂ ਰਹਿੰਦਾ। ਉਹ ਅੰਦਰੋਂ ਤੇ ਬਾਹਰੋਂ ਇੱਕੋ ਜਿਹੇ ਹੋ ਜਾਂਦੇ ਨੇ। ਉਹ ਮੋਹ ਵਿੱਚ ਨਹੀਂ ਫਿਰ ਫਸਦੇ, ਉਹ ਨਾ ਹੀ ਕਿਸੇ ਨਾਲ ਫਿਰ ਛਲ ਤੇ ਕਪਟ ਕਰਦੇ ਨੇ। ਤੇ ਪਵਿੱਤਰ ਸ਼ਲੋਕ ਦੇ ਅੰਦਰ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ। ਪਤ ਰਾਖੀ ਗੁਰ ਪਾਰ ਬ੍ਰਹਮ। ਪਤ ਕਹਿੰਦੇ ਇੱਜ਼ਤ ਨੂੰ। ਸੰਸਾਰ ਦੇ ਅੰਦਰ ਸਾਰੇ ਮਨੁੱਖ ਜਿਹੜੇ ਨੇ, ਉਹ ਜਿੰਨੇ ਵੀ ਕੰਮ ਕਰਦੇ ਨੇ, ਕੰਮ ਕਰਦਿਆਂ ਕੋਈ ਵੀ ਕਾਰਜ ਕਰਦੇ ਨੇ, ਤੇ ਉਹਨਾਂ ਦੇ ਪਿੱਛੇ ਇੱਕੋ ਹੀ ਮਨਸਾ ਹੈ ਕਿ ਸਾਨੂੰ ਇੱਜ਼ਤ ਮਿਲੇ, ਸੰਸਾਰ ਵਿੱਚ ਸਾਡੀ ਸ਼ੋਭਾ ਹੋਵੇ। ਪਰ ਕਈ ਵਾਰੀ
ਆਪਣੀ ਸ਼ੋਭਾ ਕਰਵਾਉਂਦਿਆਂ ਇਹੋ ਜਿਹੇ ਕਰਮ ਮਨੁੱਖ ਕਰਨ ਲੱਗ ਪੈਂਦੇ ਨੇ, ਦੁਨੀਆ ਦੇ ਅੰਦਰ ਅਪ ਜਸ ਹੋਣਾ ਸ਼ੁਰੂ ਹੋ ਜਾਂਦਾ ਹੈ। ਸ਼ੋਭਾ ਨਹੀਂ ਮਿਲਦੀ, ਵਡਿਆਈ ਨਹੀਂ ਮਿਲਦੀ। ਪਰ ਜਦੋਂ ਗੁਰੂ ਸਿਰ ਤੇ ਮਿਹਰ ਭਰਿਆ ਹੱਥ ਰੱਖਦਾ ਏ, ਉਸ ਮਨੁੱਖ ਦੀ ਪੱਤ ਜਿਹੜੀ ਹੈ, ਇੱਜ਼ਤ ਜਿਹੜੀ ਹੈ, ਸਦਾ ਹੀ ਕਾਇਮ ਰਹਿੰਦੀ ਹੈ। ਜਿਸ ਪੱਤ ਰਾਖੇ ਸੱਚਾ ਸਾਹਿਬ, ਨਾਨਕ ਮੇਟ ਨਾ ਸਕੇ ਕੋਏ। ਸਮਰੱਥ ਗੁਰੂ ਜਿਸ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਾ ਹੈ, ਉਹਦੀ ਸੰਸਾਰ ਵਿੱਚ ਸਦੀਵ ਹੀ ਸ਼ੋਭਾ ਬਣੀ ਰਹਿੰਦੀ ਹੈ। ਉਹਦੀ ਵਡਿਆਈ ਨੂੰ, ਉਹਦੇ ਜਸ ਨੂੰ ਕੋਈ ਮੇਟ ਨਹੀਂ ਸਕਦਾ। ਤੇਰੀ ਬਖਸ਼ ਨਾ ਮੇਟੇ ਕੋਈ, ਸਤਿਗੁਰ ਕਾ ਦਿਲਾਸਾ। ਪਰਮੇਸ਼ਰ ਦੀ ਬਖਸ਼ਿਸ਼ ਨੂੰ ਕੋਈ ਮਿਟਾ ਨਹੀਂ ਸਕਦਾ। ਪਤ ਰਾਖੀ ਗੁਰ ਪਾਰ ਬ੍ਰਹਮ, ਤਜ ਪ੍ਰਪੰਚ ਮੋਹ ਵਿਕਾਰ। ਜਿਨ੍ਹਾਂ ਦੀ ਪੱਤ ਗੁਰੂ ਨੇ, ਪਰਮੇਸ਼ਰ ਨੇ ਰੱਖ ਲਈ, ਉਹ ਮਨੁੱਖਾਂ ਨੇ ਆਪਣੀ ਜ਼ਿੰਦਗੀ ਵਿੱਚੋਂ ਪ੍ਰਪੰਚ ਕਹਿੰਦੇ ਪਖੰਡ, ਮੋਹ ਅਤੇ ਵਿਕਾਰ, ਇਹ ਸਾਰਾ ਕੁਝ ਉਹਨਾਂ ਨੇ ਤਜ ਦਿੱਤਾ ਹੈ। ਜੀਵਨ ਦੇ ਵਿੱਚ ਜਿੰਨੇ ਵੀ ਪਖੰਡ ਬੰਦੇ ਨੇ ਧਾਰਨ ਕੀਤੇ ਸੀ, ਛੱਡ ਦਿੰਦਾ ਹੈ ਜਦੋਂ ਗੁਰੂ ਸਿਰ ਤੇ ਮਿਹਰ ਭਰਿਆ ਹੱਥ ਰੱਖੇ। ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਬੜੇ ਸਿੱਖ ਸੇਵਾ ਕਰ ਰਹੇ ਨੇ। ਉਹਨਾਂ ਸੇਵਾ ਕਰਦੇ ਸਿੱਖਾਂ ਨੂੰ ਵੇਖ ਕੇ ਮਾਝੇ ਦੀ ਧਰਤੀ ਤੇ ਰਹਿਣ ਵਾਲਾ ਇੱਕ ਵਿਅਕਤੀ ਜਿਹਦਾ ਨਾਮ ਮੰਝ ਹੈ, ਭਾਈ ਮੰਝ, ਉਹਦੇ ਮਨ ਵਿੱਚ ਵੀ ਚਾਅ ਪੈਦਾ ਹੋਇਆ, ਮੈਂ ਵੀ ਗੁਰੂ ਚਰਨਾਂ ਵਿੱਚ ਰਹਿ ਕੇ ਸੇਵਾ ਕਰਾਂ। ਕਹਿੰਦੇ ਗੁਰੂ ਕੇ ਚਰਨਾਂ ਵਿੱਚ ਜੁੜਿਆ, ਸੇਵਾ ਦੇ ਵਿੱਚ ਲੱਗਿਆ। ਹੁਣ ਜਦੋਂ ਗੁਰਸਿੱਖਾਂ ਦਾ ਜੀਵਨ ਵੇਖਿਆ, ਗੁਰਸਿੱਖ ਬੜੇ ਪ੍ਰੇਮ ਨਾਲ ਜਿੱਥੇ ਸੇਵਾ ਕਰਦੇ ਨੇ, ਬਾਣੀ ਪੜ੍ਹਦੇ ਨੇ, ਉੱਥੇ ਗੁਰੂ ਦੇ ਹਰ ਹੁਕਮ ਨੂੰ ਸੱਤ ਕਰਕੇ ਮੰਨਦੇ ਹਨ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਐਸਾ ਜੀਵਨ ਉਹਨਾਂ ਗੁਰਸਿੱਖਾਂ ਦਾ। ਹੁਣ ਭਾਈ ਮੰਝ ਦੇ ਮਨ ਵਿੱਚ ਖਿਆਲ ਆਇਆ ਕਿ ਜਿਹੜੇ ਇਹ ਗੁਰਸਿੱਖ ਨੇ, ਕਿੰਨਾ ਇਹਨਾਂ ਦਾ ਸੋਹਣਾ ਜੀਵਨ ਹੈ, ਕਿੰਨਾ ਪਿਆਰਾ ਜੀਵਨ ਹੈ। ਕਿਉਂ ਨਾ ਮੈਂ ਵੀ ਗੁਰੂ ਕਾ ਸਿੱਖ ਬਣਾ, ਮੇਰਾ ਵੀ ਜੀਵਨ ਇਹੋ ਜਿਹਾ ਸੋਹਣਾ ਬਣ ਜਾਏ। ਮਨ ਵਿੱਚ ਚਾਅ ਪੈਦਾ ਹੋ ਗਿਆ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਕੋਲ ਜਾ ਕੇ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰੋ, ਮੈਂ ਵੀ ਆਪ ਜੀ ਦਾ ਸਿੱਖ ਬਣਨਾ ਚਾਹੁੰਦਾ ਹਾਂ, ਮੈਂ ਵੀ ਸਿੱਖੀ ਧਾਰਨ ਕਰਨੀ ਹੈ। ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜੀ ਜਦੋਂ ਭਾਈ ਮੰਝ ਵੱਲ ਵੇਂਦੇ ਨੇ ਤੇ ਸਤਿਗੁਰਾਂ ਨੇ ਆਖਿਆ, ਪੁਰਖਾ, ਸਿੱਖੀ ਦੇ ਉੱਪਰ ਸਿੱਖੀ ਨਹੀਂ ਟਿਕਦੀ। ਹੁਣ ਜਿਹੜਾ ਬਚਨ ਸੀ ਸਾਧ ਸੰਗਤ, ਇੱਕ ਬਚਨ ਦੇ ਅੰਦਰ ਏਡੀ ਵੱਡੀ ਰਮਜ ਸਤਿਗੁਰਾਂ ਨੇ ਦਿੱਤੀ ਕਿ ਭਾਈ ਮੰਝ ਜਿਹੜਾ ਗੁਰੂ ਕੇ ਚਰਨਾਂ ਵਿੱਚ ਢਹਿ ਪਿਆ, ਸਿੱਖੀ ਦੇ ਉੱਪਰ ਸਿੱਖੀ ਨਹੀਂ ਟਿਕਦੀ। ਇਹਦਾ ਭਾਵ ਬੜਾ ਡੂੰਘਾ ਸੀ ਕਿ ਭਾਈ ਮੰਝ ਜਿਹੜਾ ਹੈ ਨਾ, ਉਹ ਆਪਣੇ ਇਲਾਕੇ ਦੇ ਵਿੱਚ ਸਖੀ ਸਰਵਰੀਆਂ ਦਾ ਬਹੁਤ ਵੱਡਾ ਪੁਜਾਰੀ ਬਣ ਕੇ, ਪ੍ਰਚਾਰਕ ਬਣ ਕੇ ਵਿਚਰਦਾ ਸੀ। ਤੋ ਸਤਿਗੁਰੂ ਕਹਿਣ ਲੱਗੇ, ਤੂੰ ਸਖੀ ਸਰਵਰੀਆਂ ਦਾ, ਆਪਣੇ ਇਲਾਕੇ ਦਾ ਬਹੁਤ ਵੱਡਾ ਪ੍ਰਚਾਰਕ ਬਣ ਕੇ ਵਿਚਰਦਾ ਹੈ, ਕਈ ਤਰ੍ਹਾਂ ਦੇ ਪਖੰਡ, ਕਈ ਤਰ੍ਹਾਂ ਦੀ ਮਨਮਤ ਤੂੰ ਕਰਦਾ ਹੈ। ਇਸ ਕਰਕੇ ਜਿੰਨੀ ਦੇਰ ਉਹ ਸਾਰਾ ਕੁਝ ਤੂੰ ਤਿਆਗੇਂਗਾ ਨਹੀਂ, ਓਨੀ ਦੇਰ ਗੁਰੂ ਦਾ ਉਪਦੇਸ਼ ਤੇਰੇ ਹਿਰਦੇ ਵਿੱਚ ਨਹੀਂ ਵਸੇਗਾ, ਓਨੀ ਦੇਰ ਤੂੰ ਗੁਰੂ ਕੀ ਸਿੱਖੀ ਧਾਰਨ ਨਹੀਂ ਕਰ ਸਕਦਾ। ਹੁਣ ਸਾਧ ਸੰਗ ਜਿਸ ਵੇਲੇ ਭਾਈ ਮੰਝ ਨੇ ਇਹ ਬਚਨ ਸੁਣਿਆ ਕਿ ਸਿੱਖੀ ਦੇ ਉੱਪਰ ਸਿੱਖੀ ਨਹੀਂ ਟਿਕਦੀ, ਤੇ ਬਾਣੀ ਵਿੱਚ ਵੀ ਆਪਾਂ ਬਚਨ ਪੜ੍ਹਦੇ ਹਾਂ, ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ।
ਘੜਾ ਪਾਣੀ ਨਾਲ ਭਰਿਆ ਹੋਇਆ, ਅਸੀਂ ਉਸ ਘੜੇ ਵਿੱਚ ਦੁੱਧ ਪਾਉਣਾ ਚਾਹੀਏ। ਪਾਣੀ ਨਾਲ ਭਰੇ ਘੜੇ ਵਿੱਚ ਦੁੱਧ ਪਾਵਾਂਗੇ ਤੇ ਸਾਡਾ ਉਹ ਦੁੱਧ ਜਿਹੜਾ ਹੈ ਘੜੇ ਵਿੱਚ ਨਹੀਂ ਸਮਾ ਸਕਦਾ, ਪਾਣੀ ਵਿੱਚ ਰਲ ਜਾਏਗਾ, ਕੁਝ ਬਾਹਰ ਡੁੱਲੇਗਾ। ਇਸ ਕਰਕੇ ਜੇ ਘੜੇ ਦੇ ਵਿੱਚ ਦੁੱਧ ਪਾਉਣਾ ਹੈ ਤੇ ਪਹਿਲਾਂ ਪਾਣੀ ਨੂੰ ਬਾਹਰ ਕੱਢਣਾ ਪਏਗਾ। ਘੜਾ ਖਾਲੀ ਕਰੀਏ ਤਾਂ ਦੁੱਧ ਸਮਾਏਗਾ ਘੜੇ ਦੇ ਅੰਦਰ। ਹੁਣ ਭਾਈ ਮੰਝ ਜਿਹੜਾ ਸੀ ਘਰ ਵਿੱਚ ਚਲਿਆ ਗਿਆ ਤੇ ਘਰ ਵਿੱਚ ਜਾ ਕੇ ਜਿਹੜੀ ਇਹਨੇ ਕਬਰ ਬਣਾਈ ਸੀ ਸਖੀ ਸਰਵਰਾਂ ਦੀ, ਉਹ ਢਾ ਦਿੱਤੀ। ਜਦੋਂ ਕਬਰ ਢਾਈ ਤੇ ਜਿਹੜੇ ਪਿੰਡ ਦੇ ਲੋਕ ਸਨ ਨਾ, ਉਹ ਵੀ ਸਾਰੇ ਸਖੀ ਸਰਵਰੀਆਂ ਦੇ ਪੁਜਾਰੀ ਬਣੇ ਹੋਏ ਸਨ। ਭਾਈ ਮੰਝ ਨੂੰ ਉਹਨਾਂ ਨੇ ਆਪਣਾ ਆਗੂ ਬਣਾਇਆ ਹੋਇਆ ਸੀ, ਇਲਾਕੇ ਦੀ ਚੌਧਰ ਉਹਨੂੰ ਦਿੱਤੀ ਹੋਈ ਸੀ। ਜਿਸ ਵੇਲੇ ਭਾਈ ਮੰਝ ਨੇ ਇਹ ਕਬਰ ਤੋੜ ਦਿੱਤੀ ਤੇ ਜਿਹੜੇ ਪਿੰਡ ਵਾਲੇ ਲੋਕ ਸਨ ਉਹ ਭਾਈ ਮੰਝ ਦੇ ਵਿਰੋਧ ਵਿੱਚ ਖੜੇ ਹੋ ਗਏ। ਉਹਨਾਂ ਨੇ ਆਖਿਆ, ਜੇ ਤੁਸੀਂ ਇਹ ਪੀਰਖਾਨਾ ਕਬਰ ਜਿਹੜੀ ਹੈ ਘਰ ਦੇ ਵਿੱਚੋਂ ਤੋੜ ਕੇ ਬਾਹਰ ਸੁੱਟ ਦਿੱਤੀ ਤੇ ਅਸੀਂ ਤੁਹਾਨੂੰ ਪਿੰਡ ਦੇ ਚੌਧਰ ਪੁਣੇ ਤੋਂ ਹਟਾ ਦਿਆਂਗੇ, ਤੁਸੀਂ ਪਿੰਡ ਦੇ ਹੁਣ ਚੌਧਰੀ ਨਹੀਂ ਰਹੋਗੇ। ਤੇ ਭਾਈ ਮੰਝ ਨੇ ਆਖਿਆ, ਜੀ ਕੋਈ ਗੱਲ ਨਹੀਂ, ਤੁਸੀਂ ਚੌਧਰ ਪੁਣਾ ਮੇਰੇ ਕੋਲੋਂ ਲੈ ਲਓ, ਮੈਂ ਨਹੀਂ ਚੌਧਰ ਕਰਨੀ ਚਾਹੁੰਦਾ, ਮੈਂ ਨਹੀਂ ਚੌਧਰੀ ਬਣਨਾ ਚਾਹੁੰਦਾ। ਆਖਿਆ, ਤੁਹਾਨੂੰ ਪਿੰਡ ਵਿੱਚ ਰਹਿਣ ਦਾ ਵੀ ਕੋਈ ਅਧਿਕਾਰ ਨਹੀਂ। ਕਹਿੰਦੇ ਠੀਕ ਹੈ ਜੀ, ਮੈਂ ਪਿੰਡ ਵੀ ਛੱਡ ਦਿਆਂਗਾ। ਕਹਿੰਦੇ ਭਾਈ ਮੰਝ ਦੀਆਂ ਘਰ ਵਿੱਚ ਰੱਖੀਆਂ ਹੋਈਆਂ ਮੱਝਾਂ ਜਿਹੜੀਆਂ ਸਨ ਕੁਦਰਤੀ, ਉਹ ਵੀ ਮਰਨੀਆਂ ਸ਼ੁਰੂ ਹੋ ਗਈਆਂ। ਹੁਣ ਜਿਹੜੇ ਲੋਕ ਸਨ ਸਾਰੇ ਕਹਿੰਦੇ ਪਤਾ ਨਹੀਂ ਮੰਝ ਨੂੰ ਕੀ ਹੋ ਗਿਆ। ਇਹ ਸਖੀ ਸਰਵਰ ਦਾ ਪੁਜਾਰੀ ਸੀ, ਘਰ ਵਿੱਚ ਇਹਨੇ ਪੀਰਖਾਨਾ ਬਣਾਇਆ ਹੋਇਆ, ਪੂਜਾ ਕਰਦਾ ਸੀ, ਹੋਰ ਵੀ ਇਲਾਕੇ ਦੇ ਲੋਕਾਂ ਵਿੱਚ ਬੜਾ ਪ੍ਰਚਾਰ ਕਰਦਾ ਸੀ। ਪਰ ਪਤਾ ਨਹੀਂ ਜਿਸ ਦਿਨ ਦਾ ਅੰਮ੍ਰਿਤਸਰ ਤੋਂ ਵਾਪਸ ਆਇਆ ਏ, ਇਹਨੇ ਪੀਰਖਾਨਾ ਜਿਹੜਾ ਢਾ ਦਿੱਤਾ। ਤਾਂ ਹੁਣ ਭਾਈ ਮੰਝ ਨਾ ਤੇ ਪਿੰਡ ਦਾ ਚੌਧਰੀ ਰਿਹਾ, ਨਾ ਉਸ ਪਿੰਡ ਦਾ ਵਸਨੀਕ ਰਿਹਾ, ਪਿੰਡ ਵਿੱਚੋਂ ਵੀ ਬਾਹਰ ਚਲਿਆ ਗਿਆ। ਪਸ਼ੂ ਡੰਗਰ ਜਿਹੜੇ ਸਨ ਉਹ ਵੀ ਮਰਨੇ ਸ਼ੁਰੂ ਹੋ ਗਏ ਤੇ ਸਾਰੇ ਲੋਕ ਜਿਹੜੇ ਨੇ ਭਾਈ ਮੰਝ ਦੇ ਬਾਰੇ ਕਈ ਪ੍ਰਕਾਰ ਦੀਆਂ ਗੱਲਾਂ ਜਿਹੜੀਆਂ ਨੇ ਕਰ ਰਹੇ ਨੇ। ਪਰ ਭਾਈ ਮੰਝ ਨੂੰ ਗੁਰੂ ਉੱਪਰ ਬੜਾ ਭਰੋਸਾ ਸੀ ਕਿ ਸਤਿਗੁਰੂ ਮੇਰੀ ਪੱਤ ਰੱਖਣਗੇ, ਮੇਰੇ ਸਿਰ ਤੇ ਸਤਿਗੁਰੂ ਮਿਹਰ ਭਰਿਆ ਹੱਥ ਰੱਖਣਗੇ। ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਕਹਿੰਦੇ ਇਹ ਹੁਣ ਫਿਰ ਦੁਬਾਰਾ ਅੰਮ੍ਰਿਤਸਰ ਦੀ ਧਰਤੀ ਤੇ ਆ ਗਿਆ ਤੇ ਅੰਮ੍ਰਿਤਸਰ ਦੀ ਧਰਤੀ ਤੇ ਆ ਕੇ ਇਹ ਸੇਵਾ ਦੇ ਵਿੱਚ ਜੁੜ ਗਿਆ। ਇਹਨੇ ਰੋਜ਼ ਅੰਮ੍ਰਿਤ ਵੇਲੇ ਉੱਠਣਾ, ਜਾ ਕੇ ਜੰਗਲ ਦੇ ਵਿੱਚੋਂ ਸੁੱਕੀਆਂ ਲੱਕੜਾਂ ਵੱਢ ਕੇ ਗੁਰੂ ਰਾਮਦਾਸ ਦੇ ਲੰਗਰ ਦੇ ਵਿੱਚ ਇਹਨੇ ਰੋਜ਼ ਲੈ ਕੇ ਆਉਣੀਆਂ। ਕਹਿੰਦੇ ਕਈ ਸਮਾਂ ਇਹ ਸੇਵਾ ਕਰਦਾ ਰਿਹਾ। ਅੱਜ ਅੰਮ੍ਰਿਤ ਵੇਲੇ ਜਦੋਂ ਉੱਠਿਆ, ਲੱਕੜਾਂ ਵੱਢ ਕੇ ਵਾਪਸ ਆ ਰਿਹਾ ਸੀ, ਤੋ ਕੀ ਹੋਇਆ ਸਾਧ ਸੰਗਤ ਜੀ, ਲੱਕੜਾਂ ਵੱਢ ਕੇ ਲਿਆਉਂਦਿਆਂ ਲਿਆਉਂਦਿਆਂ ਕਾਫੀ ਸਮਾਂ ਲੱਗ ਗਿਆ। ਕਹਿੰਦੇ ਇੱਧਰ ਬਹੁਤ ਤੇਜ਼ ਹਨੇਰੀ ਝੱਖੜ ਤੇ ਤੂਫਾਨ ਆ ਗਿਆ। ਕਹਿੰਦੇ ਉਸ ਹਨੇਰੀ ਝੱਖੜ ਤੇ ਤੂਫਾਨ ਦੇ ਅੰਦਰ ਭਾਈ ਮੰਝ ਇੱਕ ਖੂਹ ਦੇ ਵਿੱਚ ਡਿੱਗ ਪਿਆ। ਲੱਕੜਾਂ ਜਿਹੜੀਆਂ ਨੇ ਸੁੱਕੀਆਂ, ਉਹਨਾਂ ਦੀ ਪੰਡ ਵੀ ਜਿਹੜੀ ਨਾਲੇ ਖੂਹ ਦੇ ਵਿੱਚ ਡਿੱਗ ਪਈ। ਕਹਿੰਦੇ ਖੂਹ ਵਿੱਚ ਪਾਣੀ ਬਹੁਤ ਥੋੜਾ ਸੀ, ਚਿੱਕੜ ਸੀ। ਕਹਿੰਦੇ ਫਟਾਫਟ ਉੱਠਿਆ, ਲੱਕੜਾਂ ਦੀ ਪੰਡ ਸੰਭਾਲ ਕੇ ਸਿਰ ਤੇ ਚੁੱਕ ਲਈ। ਸਿਰ ਤੇ ਪੰਡ ਚੁੱਕ ਕੇ ਖੂਹ ਦੇ ਵਿੱਚ ਖੜਾ ਹੀ ਆਪਣੀ ਸੁਰਤ ਗੁਰੂ ਕੇ ਚਰਨਾਂ ਨਾਲ ਜੋੜ ਕੇ ਵਾਹਿਗੁਰੂ 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 ਜਪੀ ਜਾਂਦਾ ਹੈ। ਕਹਿੰਦੇ ਬਹੁਤ ਵੱਡੀ ਪ੍ਰੀਖਿਆ ਸੀ, ਗੁਰੂ ਵੱਲੋਂ ਪਰਚਾ ਪਾਇਆ ਗਿਆ। ਕਹਿੰਦੇ ਸਾਧ ਸੰਗਤ ਰਾਤ ਜਿਹੜੀ ਐਵੇਂ ਲੰਘ ਗਈ, ਬਤੀਤ ਹੋ ਗਈ ਖੂਹ ਦੇ ਵਿੱਚ। ਅਗਲਾ ਦਿਨ ਚੜ ਗਿਆ।
ਕਹਿੰਦੇ ਕੋਈ ਜ਼ਿਮੀਂਦਾਰ ਆਪਣੇ ਖੇਤਾਂ ਨੂੰ ਗੇੜਾ ਮਾਰਨ ਵਾਸਤੇ ਜਦੋਂ ਇੱਧਰ ਆਇਆ, ਉਹਨੇ ਆਵਾਜ਼ ਸੁਣੀ। ਆਵਾਜ਼ ਸੁਣ ਕੇ ਉਹਨੇ ਜਾ ਕੇ ਸਤਿਗੁਰਾਂ ਦੇ ਕੋਲ ਬੇਨਤੀ ਕੀਤੀ, ਮਹਾਰਾਜ ਮੈਂ ਵੇਖਿਆ ਖੂਹ ਦੇ ਵਿੱਚੋਂ ਗੁਰੂ ਗੁਰੂ ਜਪਣ ਦੀਆਂ ਆਵਾਜ਼ਾਂ ਆ ਰਹੀਆਂ, ਜਾਪਦਾ ਕੋਈ ਤੁਹਾਡਾ ਸਿੱਖ ਜਿਹੜਾ ਹੈ ਖੂਹ ਦੇ ਵਿੱਚ ਡਿੱਗ ਪਿਆ। ਤੇ ਅੰਤਰਜਾਮੀ ਸਤਿਗੁਰੂ ਜਾਣਦੇ ਸਾਰਾ ਕੁਝ ਸਨ। ਸਿੰਘਾਂ ਨੂੰ ਬੇਨਤੀ ਕੀਤੀ, ਭਾਈ ਰੱਸੇ ਲਓ ਤੇ ਚਲੋ ਆਪਾਂ ਚੱਲੀਏ। ਸਿੱਖ ਕਹਿੰਦੇ ਮਹਾਰਾਜ ਕਿੱਧਰ ਜਾਣਾ? ਸਤਿਗੁਰੂ ਪਾਤਸ਼ਾਹ ਜੀ ਬਹੁਤ ਕਾਹਲੀ ਦੇ ਨਾਲ ਸਿੱਖਾਂ ਨੂੰ ਨਾਲ ਲੈ ਕੇ ਖੂਹ ਦੇ ਕੋਲ ਆ ਗਏ। ਖੂਹ ਦੇ ਕੋਲ ਆ ਕੇ ਰੱਸਾ ਖੂਹ ਦੇ ਵਿੱਚ ਲਮਕਾਇਆ। ਕਹਿੰਦੇ ਭਾਈ ਮੰਝ ਜੀ ਰੱਸਾ ਫੜ ਕੇ ਤੁਸੀਂ ਬਾਹਰ ਆ ਜਾਓ। ਤੇ ਭਾਈ ਮੰਝ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਮੇਰੇ ਨਾਲੋਂ ਪਹਿਲਾਂ ਆ ਲੱਕੜਾਂ ਨੂੰ ਤੁਸੀਂ ਬਾਹਰ ਕੱਢੋ। ਇਹ ਸੁੱਕੀਆਂ ਲੱਕੜਾਂ ਜਿਹੜੀਆਂ ਮੈਂ ਸਿਰ ਤੇ ਚੁੱਕੀਆਂ ਨੇ, ਇਹ ਕਿਤੇ ਗਿੱਲੀਆਂ ਨਾ ਹੋ ਜਾਣ, ਕਿਰਪਾ ਕਰੋ। ਇਹ ਲੱਕੜਾਂ ਜ਼ਿਆਦੀਆਂ ਜ਼ਰੂਰੀ ਨੇ, ਗੁਰੂ ਰਾਮਦਾਸ ਦੇ ਲੰਗਰ ਵਿੱਚ ਪਹੁੰਚਣੀਆਂ ਚਾਹੀਦੀਆਂ ਨੇ। ਪਹਿਲਾਂ ਇਹ ਬਾਹਰ ਕੱਢੋ, ਮੈਂ ਬਾਅਦ ਵਿੱਚ ਆਵਾਂਗਾ। ਕਹਿੰਦੇ ਪਹਿਲਾਂ ਲੱਕੜਾਂ ਦਾ ਗੱਠਾ ਜਿਹੜਾ ਸੀ, ਪੰਡ ਸੀ ਜਿਹੜੀ, ਉਹ ਬਾਹਰ ਕੱਢੀ। ਬਾਅਦ ਵਿੱਚ ਭਾਈ ਮੰਝ ਨੂੰ ਬਾਹਰ ਕੱਢਿਆ ਗਿਆ। ਹੁਣ ਜਦੋਂ ਭਾਈ ਮੰਝ ਖੂਹ ਤੋਂ ਬਾਹਰ ਨਿਕਲੇ ਨੇ ਤੇ ਸਾਧ ਸੰਗਤ ਕੱਪੜਿਆਂ ਨੂੰ ਚਿੱਕੜ ਲੱਗਾ ਹੋਇਆ ਸੀ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਭਾਈ ਮੰਝ ਨੂੰ ਘੁੱਟ ਕੇ ਆਪਣੇ ਗਲ ਦੇ ਨਾਲ ਲਾ ਲਿਆ। ਜਦੋਂ ਘੁੱਟ ਕੇ ਗਲ ਦੇ ਨਾਲ ਲਾਇਆ, ਇੱਕ ਵਚਨ ਆਖਿਆ, ਮੰਝ ਪਿਆਰਾ ਗੁਰੂ ਕੋ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਕਹਿੰਦੇ ਭਾਈ ਮੰਝ ਗੁਰੂ ਨੂੰ ਬੜਾ ਪਿਆਰਾ ਹੈ। ਤੇ ਸਤਿਗੁਰੂ ਨੇ ਭਾਈ ਮੰਝ ਨੂੰ ਜਹਾਜ਼ ਦੀ ਉਪਾਧੀ ਦਿੱਤੀ। ਕਹਿੰਦੇ ਜਿਹੜਾ ਭਾਈ ਮੰਝ ਹੈ ਇਹ ਗੁਰੂ ਕਾ ਜਹਾਜ਼ ਹੈ, ਬੋਹਿਥਾ ਹੈ। ਜਿਵੇਂ ਜਹਾਜ਼ ਦੇ ਉੱਪਰ ਬਹਿ ਕੇ ਲੋਕ ਵੱਡੇ ਵੱਡੇ ਸਮੁੰਦਰ ਪਾਰ ਕਰ ਜਾਂਦੇ ਨੇ, ਉਵੇਂ ਹੀ ਭਾਈ ਮੰਝ ਦੇ ਜੀਵਨ ਤੋਂ ਸਿੱਖਿਆ ਲੈ ਕੇ ਬਹੁਤ ਲੋਕ ਜਿਹੜੇ ਨੇ ਉਹਨਾਂ ਦਾ ਪਖੰਡ ਤੋਂ ਖਿਹੜਾ ਛੁੱਟ ਜਾਏਗਾ। ਵਹਿਮਾਂ ਭਰਮਾਂ ਤੋਂ ਮੁਕਤ ਹੋ ਜਾਣਗੇ। ਕਈਆਂ ਹੋਰਨਾਂ ਨੂੰ ਵੀ ਭਾਈ ਮੰਝ ਜੀ ਰਾਹ ਦਸੇਰਾ ਬਣਨਗੇ, ਕਈ ਹੋਰਨਾਂ ਦਾ ਵੀ। ਤੇ ਸੱਚਮੁੱਚ ਭਾਈ ਮੰਝ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਫਿਰ ਭਾਈ ਬਹਿਲੋਂ ਉਹਨਾਂ ਨੇ ਵੀ ਇਹ ਸਾਰਾ ਪਖੰਡ ਛੱਡ ਕੇ ਗੁਰੂ ਕੀ ਸਿੱਖੀ ਧਾਰਨ ਕੀਤੀ। ਕਹਿਣ ਤੋਂ ਮੁਰਾਦ ਜਦੋਂ ਸਤਿਗੁਰੂ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਨੇ, ਜਿਸ ਦੀ ਇੱਜ਼ਤ ਪੱਤ ਗੁਰੂ ਰੱਖ ਲੈਂਦੇ ਨੇ, ਪਰਮੇਸ਼ਰ ਰੱਖਦਾ ਹੈ, ਉਹ ਮਨੁੱਖ ਜਿਹੜਾ ਹੈ ਪ੍ਰਪੰਚ ਮੋਹ ਅਤੇ ਵਿਕਾਰ ਕਰਮ ਤਜ ਦਿੰਦਾ ਹੈ। ਫਿਰ ਅੱਗੇ ਸਤਿਗੁਰੂ ਰਹਿਮਤ ਕਰਦੇ ਨੇ, ਨਾਨਕ ਸੋ ਅਰਾਧੀਐ ਅੰਤ ਨ ਪਾਰਾਵਾਰ। ਗੁਰੂ ਨਾਨਕ ਸਾਹਿਬ ਜੀ ਪੰਜਵੇਂ ਸਰੂਪ ਦੇ ਵਿੱਚ ਕਿਰਪਾ ਕਰ ਰਹੇ ਨੇ। ਹੈ ਭਾਈ ਸਦਾ ਹੀ ਉਸ ਵਾਹਿਗੁਰੂ ਨੂੰ ਸਿਮਰਦੇ ਰਹੀਏ ਜਿਹਦਾ ਕੋਈ ਵੀ ਅੰਤ ਨਹੀਂ ਪਾ ਸਕਦਾ। ਅੰਤ ਨਾ ਪਾਰਾਵਾਰ, ਜਿਹਦਾ ਅੰਤ ਪਾਰਾਵਾਰ ਨਹੀਂ ਹੈ, ਜਿਹਦਾ ਕੋਈ ਪਾਰਲਾ ਬੰਨਾ ਨਹੀਂ ਲੱਭ ਸਕਦਾ, ਜਿਹਦਾ ਕੋਈ ਅੰਤ ਨਹੀਂ ਪਾ ਸਕਦਾ, ਜਿਹੜਾ ਵਾਹਿਗੁਰੂ ਬੇਅੰਤ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੇ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਕਹਿੰਦੇ ਕੋਈ ਅੰਤ ਨਹੀਂ ਪਾ ਸਕਦਾ। ਉਸ ਬੇਅੰਤ ਪ੍ਰਭੂ ਨੂੰ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ। ਪੌੜੀ ਪੱਪਾ ਪਰਮਿਤ ਪਾਰ ਨ ਪਾਇਆ। ਹੁਣ ਪੱਪਾ ਅੱਖਰ ਜਿਹੜਾ ਹੈ ਪੌੜੀ ਦੇ ਰਾਹੀਂ, ਪੱਪੇ ਅੱਖਰ ਦੇ ਰਾਹੀਂ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ। ਪੱਪਾ ਪਰਮਿਤ ਪਾਰ ਨ ਪਾਇਆ। ਮਿਤ ਕਹਿੰਦੇ ਨੇ ਅੰਦਾਜ਼ਾ ਲਾ ਲੈਣਾ। ਪਰਮਿਤ ਭਾਵ ਉਹ ਵਾਹਿਗੁਰੂ
ਜਿਹੜਾ ਇੰਨਾ ਬੇਅੰਤ ਹੈ, ਇੰਨਾ ਵੱਡਾ ਹੈ, ਉਹਦੇ ਬਾਰੇ, ਉਹਦੀ ਅਵਸਥਾ ਦੇ ਬਾਰੇ ਕੋਈ ਮਨੁੱਖ ਕੋਈ ਅੰਦਾਜ਼ਾ ਲਾ ਹੀ ਨਹੀਂ ਸਕਦਾ, ਕੋਈ ਗਿਣਤੀ ਮਿਣਤੀ ਕਰ ਹੀ ਨਹੀਂ ਸਕਦਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜਪ ਬਾਣੀ ਵਿੱਚ ਬੜਾ ਪਿਆਰਾ ਜ਼ਿਕਰ ਕਰਦੇ ਨੇ। ਕਹਿੰਦੇ ਵੱਡਾ ਸਾਹਿਬ ਊਚਾ ਥਾਉ, ਊਚੇ ਉੱਪਰ ਊਚਾ ਨਾਉ, ਏਵਡ ਊਚਾ ਹੋਵੇ ਕੋਏ, ਤਿਸ ਊਚੇ ਕਉ ਜਾਣੇ ਸੋਏ। ਜੀਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਹਿੰਦੇ ਕੋਈ ਲੇਖਾ ਤੇ ਅਸੀਂ ਕਰ ਹੀ ਨਹੀਂ ਸਕਦੇ, ਕੋਈ ਹਿਸਾਬ ਕਿਤਾਬ ਹੈ ਹੀ ਨਹੀਂ, ਸਾਰੇ ਲੇਖਿਆਂ ਤੋਂ ਪਰੇ ਹੈ ਵਾਹਿਗੁਰੂ। ਉਹਦਾ ਕੋਈ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ, ਉਹਦੀ ਅਵਸਥਾ ਨੂੰ ਕੋਈ ਬਿਆਨ ਹੀ ਨਹੀਂ ਕਰ ਸਕਦਾ। ਪਤਤ ਪਾਵਨ ਅਗੰਮ ਹਰ ਰਾਇਆ। ਰਾਇਆ ਕਹਿੰਦੇ ਰਾਜੇ ਨੂੰ, ਕਹਿੰਦੇ ਹਰੀ ਪਰਮੇਸ਼ਰ ਜਿਹੜਾ ਹੈ ਉਹ ਐਸਾ ਰਾਜਾ ਹੈ ਜਿਸ ਦੀ ਰਿਆਸਤ ਰਾਇਆ ਸਦਾ ਕਾਇਮ ਰਹਿੰਦੀ ਹੈ। ਇਹ ਦੁਨਿਆਵੀ ਰਾਜੇ ਕੁਝ ਸਮੇਂ ਲਈ ਰਾਜ ਕਰਦੇ ਨੇ, ਰਾਜ ਭਾਗ ਰਿਆਸਤਾਂ ਰਾਇਆ ਖਤਮ ਹੋ ਜਾਂਦੀ ਹੈ, ਪਰ ਵਾਹਿਗੁਰੂ ਪਰਮੇਸ਼ਰ ਦਾ ਰਾਜ ਸਦੀਵੀ ਹੈ। ਪਤਤ ਪਾਵਨ, ਪਰਮੇਸ਼ਰ ਦਾ ਬਿਰਧ ਹੈ, ਉਹ ਪਤਤਾਂ ਨੂੰ ਪਾਵਨ ਕਰਦਾ ਹੈ। ਇਸੇ ਕਰਕੇ ਭਗਤ ਰਵਿਦਾਸ ਜੀ ਇੱਕ ਸ਼ਬਦ ਦੇ ਅੰਦਰ ਅਕਾਲ ਪੁਰਖ ਦੇ ਚਰਨਾਂ ਵਿੱਚ ਬੜੇ ਪ੍ਰੇਮ ਸਹਿਤ ਬੇਨਤੀ ਕਰਦੇ ਨੇ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ, ਜਾਉ ਪੈ ਹਮ ਨ ਪਾਪ ਕਰੰਤਾ, ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਹੇ ਵਾਹਿਗੁਰੂ, ਸਾਰੀ ਖਲਕਤ ਤੁਹਾਨੂੰ ਪਤਤ ਪਾਵਨ ਕਹਿੰਦੀ ਹੈ। ਤੁਹਾਡਾ ਇਹ ਨਾਮ ਪਤਤ ਪਾਵਨ ਇਸੇ ਕਰਕੇ ਪਿਆ ਹੈ ਕਿ ਸਾਡੇ ਵਰਗੇ ਪਾਪੀਆਂ ਨੂੰ ਤੁਸੀਂ ਪਾਵਨ ਕਰ ਦਿੰਦੇ ਹੋ। ਜੇ ਸਾਡੇ ਵਰਗੇ ਪਾਪੀ ਨਾ ਹੁੰਦੇ ਤਾਂ ਤੁਹਾਨੂੰ ਪਤਤ ਪਾਵਨ ਵੀ ਕਿਸਨੇ ਨਹੀਂ ਸੀ ਕਹਿਣਾ। ਜੋ ਪੈ ਹਮ ਨਾ ਪਾਪ ਕਰੰਤਾ, ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਤੁਹਾਨੂੰ ਪਤਤ ਪਾਵਨ ਇਸੇ ਕਰਕੇ ਕਿਹਾ ਜਾਂਦਾ, ਤੁਸੀਂ ਸਾਡੇ ਵਰਗੇ ਪਾਪੀਆਂ ਨੂੰ, ਪਤਤਾਂ ਨੂੰ ਪਾਵਨ ਕਰਨ ਵਾਲੇ ਹੋ। ਜੇ ਸਾਡੇ ਵਰਗੇ ਪਾਪੀ ਨਾ ਹੁੰਦੇ, ਪਤਤ ਪਾਵਨ ਤੁਹਾਨੂੰ ਕਿਸਨੇ ਵੀ ਨਹੀਂ ਸੀ ਕਹਿਣਾ। ਇੱਥੇ ਵੀ ਕਹਿੰਦੇ ਵਾਹਿਗੁਰੂ ਖਸਮ ਜਿਹੜਾ ਹੈ ਅਗੰਮ ਹੈ, ਪਹੁੰਚ ਤੋਂ ਪਰੇ ਹੈ, ਕੋਈ ਗਿਆਨ ਇੰਦਰੀਆਂ ਦੁਆਰਾ ਪਹੁੰਚ ਨਹੀਂ ਕਰ ਸਕਦਾ। ਹੋਤ ਪੁਨੀਤ ਕੋਟ ਅਪਰਾਧੂ, ਕਹਿੰਦੇ ਕਰੋੜਾਂ ਹੀ ਅਪਰਾਧ ਜਿਸ ਮਨੁੱਖ ਨੇ ਕੀਤੇ ਹੋਣ, ਉਹ ਕਰੋੜਾਂ ਅਪਰਾਧ ਕਰਨ ਵਾਲਾ ਮਨੁੱਖ ਜਿਹੜਾ ਹੈ ਪੁਨੀਤ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ। ਤੇ ਪਵਿੱਤਰ ਕਿਵੇਂ ਬਣਿਆ ਜਾ ਸਕਦਾ ਹੈ, ਇਹ ਜੁਗਤ ਵੀ ਸਤਿਗੁਰੂ ਜੀ ਸਮਝਾ ਰਹੇ ਨੇ। ਕਰੋੜਾਂ ਅਪਰਾਧ ਕਰਨ ਵਾਲਾ ਜੀਵ ਜਿਹੜਾ ਹੈ ਪਵਿੱਤਰ ਹੋ ਜਾਂਦਾ ਹੈ, ਪਾਵਨ ਹੋ ਜਾਂਦਾ ਹੈ। ਇਸ ਕਰਕੇ ਜ਼ਿੰਦਗੀ ਦੇ ਵਿੱਚ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਐਸੀਆਂ ਉਦਾਹਰਨਾਂ ਮਹਾਰਾਜ ਨੇ ਦਿੱਤੀਆਂ ਨੇ, ਕਹਿੰਦੇ ਨਿਰਾਸ਼ ਨਾ ਹੋਈਏ ਭਾਈ। ਕਈ ਵੇਰਾ ਮਨੁੱਖ ਸੋਚਦਾ ਹੈ ਕਿ ਮੈਂ ਤੇ ਬਹੁਤ ਵੱਡਾ ਪਾਪੀ ਹਾਂ, ਮੈਂ ਬਹੁਤ ਵੱਡਾ ਮੰਦ ਕਰਮੀ ਹਾਂ, ਮੈਂ ਗੁਰੂ ਕੋਲ ਕਿਵੇਂ ਜਾਵਾਂ, ਮੈਂ ਗੁਰੂ ਕੀ ਸੰਗਤ ਵਿੱਚ ਕਿਵੇਂ ਜਾਵਾਂ। ਸਤਿਗੁਰੂ ਕਹਿੰਦੇ ਨਿਰਾਸ਼ ਨਾ ਹੋਈਏ। ਵੇਖੋ ਬਹੁਤ ਵੱਡੇ ਵੱਡੇ ਪਾਪੀ ਜਿਹੜੇ ਨੇ ਉਹਨਾਂ ਦਾ ਉਧਾਰ ਵੀ ਹੋਇਆ ਹੈ। ਇਸ ਕਰਕੇ ਸਾਡਾ ਵੀ ਭਲਾ ਹੋਏਗਾ, ਨਿਰਾਸ਼ ਹੋਣ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੜੇ ਪਿਆਰੇ ਬਚਨ ਆਪਾਂ ਪੜ੍ਹਦੇ ਹਾਂ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ,
ਜੇ ਸਿਮਰਤ ਗਨਕਾ ਸੀ ਉਦਰੀ, ਤਾਕੋ ਜਸ ਉਰ ਧਾਰੋ। ਅਟਲ ਭਇਓ ਤਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਕਹਿੰਦੇ ਗਨਕਾ ਦਾ ਉਧਾਰ ਹੋਇਆ, ਇਹਦੇ ਨਾਲ ਧਰੂ ਨੂੰ ਅਟਲ ਪਦਵੀ ਮਿਲੀ। ਤੋ ਸਤਿਗੁਰੂ ਕਹਿੰਦੇ ਨੇ ਜੇ ਗਨਕਾ ਤਰ ਸਕਦੀ ਹੈ, ਜੇ ਧਰੂ ਨੂੰ ਅਟਲ ਪਦਵੀ ਮਿਲ ਸਕਦੀ ਹੈ, ਅਟਲ ਭਇਓ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਦੁਖ ਹਰਤਾ ਵਿਦ ਕੋ ਸੁਆਮੀ, ਤੈਂ ਕਾਹੇ ਬਿਸਰਾਇਆ। ਕਹਿੰਦੇ ਫਿਰ ਤੂੰ ਕਿਉਂ ਵਿਸਾਰਦਾ ਹੈ ਉਸ ਵਾਹਿਗੁਰੂ ਨੂੰ ਜਿਹੜਾ ਸਾਰੇ ਦੁੱਖਾਂ ਨੂੰ ਹਰਨ ਵਾਲਾ ਹੈ। ਅੱਗੇ ਬੜੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ। ਕਹਿੰਦੇ ਅਜਾਮਲ ਜਿਹੜਾ ਸੀ ਨਾ, ਉਹ ਬਹੁਤ ਵੱਡਾ ਪਾਪੀ ਸੀ, ਉਹਦਾ ਵੀ ਭਲਾ ਹੋ ਗਿਆ। ਕਹਿੰਦੇ ਇੱਕ ਹਾਥੀ ਜਿਹੜਾ ਸੀ ਤੰਦੂਏ ਦੇ ਜਾਲ ਵਿੱਚ ਗਰਸਿਆ ਗਿਆ, ਉਹਦੀ ਪੁਕਾਰ ਵੀ ਪਰਮੇਸ਼ਰ ਨੇ ਸੁਣ ਲਈ। ਕਹਿੰਦੇ ਤੇਰੀ ਬੇਨਤੀ ਵੀ ਸੁਣੇਗਾ। ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਚਿੰਤਾ ਦੀ ਲੋੜ ਨਹੀਂ ਹੈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਨ ਗਨਕਾ ਸੀ ਉਦਰੀ, ਤਾਕੋ ਜਸ ਉਰ ਧਾਰੋ। ਅਟਲ ਭਇਓ ਧਰੂ ਜਾ ਕੇ ਸਿਮਰਨ, ਅਰ ਨਿਰਭੈ ਪਦ ਪਾਇਆ। ਦੁਖ ਹਰਤਾ ਬਿਦ ਕੋ ਸੁਆਮੀ, ਤੈਂ ਕਾਹੇ ਬਿਸਰਾਇਆ। ਜਬ ਹੀ ਸ਼ਰਨ ਗਹੀ ਕਿਰਪਾ, ਨਿਧ ਗਜ ਗ੍ਰਹ ਤੇ ਛੂਟਾ। ਮਹਿਮਾ ਨਾਮ ਕਹਾਂ ਲੋ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹਿ ਨਿਸਤਾਰਾ। ਨਾਨਕ ਕਹਿਤ ਚੇਤ ਚਿੰਤਾ ਮਨ, ਤੈਂ ਪੀ ਉਤਰੇ ਪਾਰਾ। ਕਹਿੰਦੇ ਜੇ ਅਜਾਮਲ ਪਾਪੀ, ਉਹਦਾ ਭਲਾ ਹੋ ਸਕਦਾ ਹੈ ਤੇ ਤੇਰਾ ਵੀ ਭਲਾ ਹੋਏਗਾ। ਉਹ ਵਾਹਿਗੁਰੂ ਦਾ ਨਾਮ ਪਤਤਾਂ ਨੂੰ ਪਾਵਨ ਕਰਨ ਵਾਲਾ ਹੈ। ਕਹਿੰਦੇ ਕਰੋੜਾਂ ਅਪਰਾਧ ਮਿਟ ਗਏ, ਤੇ ਮਿਟੇ ਕਦੋਂ? ਜਦੋਂ ਸਾਧੂਆਂ ਦੀ, ਗੁਰਮੁਖਾਂ ਦੀ ਸੰਗਤ ਵਿੱਚ ਬਹਿ ਕੇ ਪਰਮੇਸ਼ਰ ਦਾ ਨਾਮ ਜਪਿਆ। ਅੰਮ੍ਰਿਤ ਨਾਮ ਜਪੈ ਮਿਲ ਸਾਧੂ। ਜਦੋਂ ਗੁਰਮੁਖਾਂ ਦੀ ਸੰਗਤ ਵਿੱਚ ਬਹਿ ਕੇ ਰਸਨਾ ਦੇ ਨਾਲ ਵਾਹਿਗੁਰੂ ਦਾ ਨਾਮ ਲੈਨੇ ਆ ਤੇ ਕਰੋੜਾਂ ਹੀ ਅਪਰਾਧ ਮਿਟ ਜਾਂਦੇ ਨੇ। ਆਓ ਆਪਾਂ ਵੀ ਰਸਨਾ ਪਵਿੱਤਰ ਕਰੀਏ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਕਰੋੜਾਂ ਹੀ ਅਪਰਾਧ ਮਿਟਦੇ ਨੇ ਜਦੋਂ ਅੰਮ੍ਰਿਤ ਨਾਮ ਰਸਨਾ ਦੇ ਨਾਲ ਗੁਰਮੁਖਾਂ ਦੀ ਸੰਗਤ ਵਿੱਚ ਬਹਿ ਕੇ ਜਪਦੇ ਹਾਂ। ਪਰਪੰਚ ਧਰੋ ਮੋਹ ਮਿਟਨਾਈ, ਜਾ ਕੋ ਰੱਖੋ ਆਪ ਗੁਸਾਈ। ਤੇ ਫਿਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਹੇ ਮਾਲਕ ਜੀ, ਵਾਹਿਗੁਰੂ ਜੀ, ਜਿਸ ਦੇ ਸਿਰ ਤੇ ਤੁਸੀਂ ਮਿਹਰ ਭਰਿਆ ਹੱਥ ਰੱਖਦੇ ਹੋ, ਉਹ ਮਨੁੱਖ ਪਖੰਡ ਕਰਮਾਂ ਤੋਂ ਬਚ ਜਾਂਦਾ ਹੈ। ਉਹ ਕਿਸੇ ਨਾਲ ਧਰੋ ਨਹੀਂ ਕਮਾਉਂਦਾ, ਕਿਸੇ ਨਾਲ ਈਰਖਾ ਨਹੀਂ ਕਰਦਾ, ਕਿਸੇ ਦਾ ਹੱਕ ਨਹੀਂ ਮਾਰਦਾ, ਕਿਸੇ ਨਾਲ ਜ਼ੁਲਮ ਧੰਗਾਣਾ ਨਹੀਂ ਕਰਦਾ। ਉਹ ਮੋਹ ਵਿੱਚ ਨਹੀਂ ਫਸਦਾ, ਮੋਹ ਦੇ ਚਿੱਕੜ ਤੋਂ ਬਚ ਜਾਂਦਾ ਹੈ। ਉਹ ਕਿਸੇ ਨਾਲ ਛਲ ਕਪਟ ਨਹੀਂ ਕਰੇਗਾ। ਉਹਦੇ ਜੀਵਨ ਦੇ ਅੰਦਰ ਸੱਚ ਜਿਹੜਾ ਹੈ ਉਹ ਵਸ ਜਾਂਦਾ ਏ, ਜਿਸ ਤੇ ਤੁਸੀਂ ਆਪ ਮਿਹਰ ਕਰ ਦਿੰਦੇ ਹੋ, ਆਪ ਕਿਰਪਾ ਕਰ ਦਿੰਦੇ ਹੋ। ਪਾਤਸ਼ਾਹ ਛਤਰ ਸਿਰ ਸੋਊ,
ਨਾਨਕ ਦੂਸਰ ਅਵਰ ਨ ਕੋਊ। ਤੇ ਆਖਰੀ ਪੰਕਤੀ ਦੇ ਵਿੱਚ ਹਜੂਰ ਕਹਿੰਦੇ ਨੇ ਪਾਤਸ਼ਾਹ ਛਤਰ ਸਿਰ ਸੋਊ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ। ਕਹਿੰਦੇ ਸੰਸਾਰ ਦੇ ਅੰਦਰ ਵਾਹਿਦ ਇੱਕੋ ਇੱਕ ਹਸਤੀ ਅਕਾਲ ਪੁਰਖ ਪਰਮੇਸ਼ਰ ਹੈ, ਜਿਸ ਦੀ ਬਾਦਸ਼ਾਹਤ ਸਦਾ ਕਾਇਮ ਰਹਿੰਦੀ ਹੈ, ਜਿਸ ਦੀ ਪਾਤਸ਼ਾਹੀ ਨਿਚਲ ਹੈ। ਹੋਰ ਦੁਨੀਆ ਦੇ ਅੰਦਰ ਕੋਈ ਵੀ ਐਸਾ ਪਾਤਸ਼ਾਹ ਨਹੀਂ, ਕੋਈ ਵੀ ਐਸਾ ਬਾਦਸ਼ਾਹ ਨਹੀਂ ਜਿਸ ਦੀ ਬਾਦਸ਼ਾਹਤ ਸਦਾ ਹੀ ਕਾਇਮ ਰਹਿੰਦੀ ਹੋਵੇ, ਜਿਸ ਦਾ ਛਤਰ ਸਦਾ ਹੀ ਝੁਲਦਾ ਹੋਵੇ। ਇੱਕ ਅਕਾਲ ਪੁਰਖ ਪਰਮੇਸ਼ਰ ਹੈ, ਪਾਤਸ਼ਾਹ ਛਤਰ ਸਿਰ ਸੋਊ, ਜਿਹਦੇ ਸਿਰ ਤੇ ਸਦਾ ਛਤਰ ਝੁਲਦਾ, ਜਿਹੜਾ ਸਾਰੇ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ। ਕਹਿੰਦੇ ਉਹ ਵਾਹਿਗੁਰੂ ਆਪ ਹੀ ਹੈ, ਹੋਰ ਦੂਜਾ ਕੋਈ ਨਹੀਂ। ਤੇ ਬਾਣੀ ਦੇ ਵਿੱਚ ਬੜੇ ਪਿਆਰੇ ਬਚਨ ਨੇ, ਆਓ ਰਲ ਕੇ ਪੜ੍ਹੀਏ। ਹਰ ਸਮਾਨ ਨਹੀਂ ਰਾਜਾ ਕੋ, ਹਰ ਸਮਾਨ ਨਹੀਂ ਰਾਜਾ, ਹਰ ਸਮਾਨ ਨਹੀਂ। ਹਰ ਸਮਾਨ ਨਹੀਂ ਰਾਜਾ ਕੋ, ਹਰ ਸਮਾਨ ਨਹੀਂ ਰਾਜਾ, ਹਰ ਸਮਾਨ ਨਹੀਂ। ਏ ਭੂਪਤ ਸਭ ਦਿਵਸ ਚਾਰ ਕੇ, ਏ ਭੂਪਤ ਸਭ ਦਿਵਸ ਚਾਰ ਕੇ। ਝੂਠੇ ਕਰਤ ਦਿਵਾਜਾ, ਝੂਠੇ ਕਰਤ ਦਿਵਾਜਾ, ਝੂਠੇ ਕਰਤ ਦਿਵਾਜਾ, ਝੂਠੇ ਝੂਠੇ ਕਰਤ ਦਿਵਾਜਾ, ਝੂਠੇ ਕਰਤ ਦਿਵਾਜਾ, ਝੂਠੇ। ਹਰ ਸਮਾਨ ਨਹੀਂ ਰਾਜਾ ਕੋ, ਹਰ ਸਮਾਨ ਨਹੀਂ ਰਾਜਾ, ਹਰ ਸਮਾਨ ਨਹੀਂ। ਕਹਿੰਦੇ ਹਰੀ ਦੇ ਬਰਾਬਰ ਦਾ ਕੋਈ ਰਾਜਾ ਨਹੀਂ। ਤੇ ਸਾਧ ਸੰਗਤੋ ਦੇ ਸਿਰ ਤੇ ਸਦਾ ਹੀ ਛਤਰ ਝੁਲਦਾ ਹੈ। ਤੇ ਇੱਕ ਗੱਲ ਦਾ ਧਿਆਨ ਰੱਖਿਓ, ਜਿਹੜੇ ਜੀਵ ਉਹਦੇ ਚਰਨਾਂ ਨਾਲ ਜੁੜ ਗਏ ਉਹਨਾਂ ਤੇ ਵੀ ਛਤਰ ਝੁਲਾ ਦਿੰਦਾ ਵਾਹਿਗੁਰੂ। ਭਗਤ ਰਵਿਦਾਸ ਜੀ ਜਿਨ੍ਹਾਂ ਦਾ ਆਉਣ ਵਾਲੇ ਦਿਨਾਂ ਵਿੱਚ ਪ੍ਰਕਾਸ਼ ਦਿਹਾੜਾ ਆਪਾਂ ਮਨਾਉਣਾ ਹੈ, ਉਹਨਾਂ ਦਾ ਇੱਕ ਪਾਵਨ ਬਚਨ ਹੈ, ਬੜਾ ਹੀ ਪਿਆਰਾ। ਐਸੀ ਲਾਲ ਤੁਝ ਬਿਨ ਕੌਣ ਕਰੇ। ਲਾਲ ਕਹਿੰਦੇ ਪਿਆਰ ਨੂੰ, ਮੁਹੱਬਤ ਨੂੰ, ਸਨੇਹ ਨੂੰ, ਅਪਣਤ। ਗਰੀਬ ਨਵਾਜ ਗੁਸਈਆਂ ਮੇਰਾ ਮਾਥੈ ਛਤਰ ਧਰੈ, ਜਾ ਕੀ ਸ਼ੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ। ਨੀਚ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਕਹਿੰਦੇ ਜਿਨ੍ਹਾਂ ਨੂੰ ਸੰਸਾਰ ਦੇ ਵਿੱਚ ਕਦੇ ਸਤਿਕਾਰ ਨਹੀਂ ਸੀ ਮਿਲਿਆ, ਦੁਨੀਆ ਦੇ ਲੋਕ ਜਿਨ੍ਹਾਂ ਨੂੰ ਨੀਚ ਨੀਚ ਕਹਿ ਕੇ ਦੁਰਕਾਰਦੇ ਰਹੇ, ਹੇ ਵਾਹਿਗੁਰੂ ਜੀ ਕਿਸੇ ਹੋਰ ਤੋਂ ਕੋਈ ਕਦੇ ਆਸ ਨਹੀਂ ਰੱਖੀ, ਤੂੰ ਹੀ ਕਿਰਪਾ ਕੀਤੀ। ਉਹਨਾਂ ਨਿਮਾਣਿਆਂ ਨੂੰ ਮਾਣ ਤੂੰ ਆਪ ਦਿੱਤਾ ਹੈ, ਉਹਨਾਂ ਨਿਤਾਣਿਆਂ ਦਾ ਤਾਣ ਤੂੰ ਆਪ ਬਣਿਆ ਹੈ। ਜਿਨ੍ਹਾਂ ਨੂੰ ਲੋਕ ਨੀਚ ਕਹਿ ਕੇ ਦੁਰਕਾਰਦੇ ਸੀ, ਤੂੰ ਉਹਨਾਂ ਦੇ ਸਿਰ ਤੇ ਛਤਰ ਝੁਲਾ ਦਿੱਤੇ, ਤੂੰ ਉਹਨਾਂ ਨੂੰ ਪਾਤਸ਼ਾਹੀਆਂ ਬਾਦਸ਼ਾਹੀਆਂ ਬਖਸ਼ ਦਿੱਤੀਆਂ। ਇਹ ਸਾਰੀ ਤੇਰੀ ਕਿਰਪਾ ਹੈ। ਲੋਕ ਤੇ ਸਾਡੇ ਪਰਛਾਵੇਂ ਤੋਂ ਵੀ ਭੱਜਦੇ ਸਨ, ਸਾਡਾ ਹੱਥ ਲੱਗ ਜਾਏ ਲੋਕ ਕਹਿੰਦੇ ਸੀ ਅਸੀਂ ਭਿੱਟੇ ਗਏ ਆ, ਪਰ ਤੂੰ ਸਾਨੂੰ ਗਲ ਦੇ ਨਾਲ ਲਾ ਲਿਆ ਹੈ। ਇਹ ਕਿਰਪਾ ਤੂੰ ਆਪ ਹੀ ਕਰਦਾ ਹੈ। ਨੀਚਾ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਕਹਿੰਦੇ ਤੂੰ ਕਿਸੇ ਦੀ ਪਰਵਾਹ ਨਹੀਂ ਕਰਦਾ, ਤੂੰ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ। ਤੂੰ ਐਸਾ ਵਾਹਿਗੁਰੂ ਜਿਸ ਦੇ ਸਿਰ ਤੇ ਸਦੀਵ ਛਤਰ ਹੈ, ਜਿਹੜਾ ਸਦਾ ਹੀ ਪਾਤਸ਼ਾਹ ਹੈ। ਨਾਨਕ ਦੂਸਰ ਅਵਰ ਨ ਕੋ,
ਗੁਰੂ ਨਾਨਕ ਸਾਹਿਬ ਕਹਿੰਦੇ ਪੰਜਵੇਂ ਸਰੂਪ ਦੇ ਅੰਦਰ ਉਹਦੇ ਤੋਂ ਬਿਨਾ ਹੋਰ ਕੋਈ ਦੂਜਾ ਪਾਤਸ਼ਾਹ ਹੈ ਹੀ ਨਹੀਂ। ਉਹ ਆਪ ਹੀ ਆਪ ਸਦੀਵ ਕਾਇਮ ਰਹਿਣ ਵਾਲਾ, ਪਤਿਤਾਂ ਨੂੰ ਪਾਵਨ ਕਰਨ ਵਾਲਾ ਹੈ, ਜਿਸ ਦੇ ਸਿਰ ਤੇ ਉਹ ਕਿਰਪਾ ਕਰਦਾ ਏ। ਉਸ ਮਨੁੱਖ ਦੇ ਜੀਵਨ ਵਿੱਚੋਂ ਪਖੰਡ ਦੂਰ ਹੋ ਜਾਂਦਾ ਹੈ, ਵਹਿਮ ਭਰਮ ਕੱਟੇ ਜਾਂਦੇ ਨੇ, ਮਨਮਤ ਖਤਮ ਹੋ ਜਾਂਦੀ ਹੈ, ਉਹਦਾ ਜੀਵਨ ਬੜਾ ਉੱਚਾ ਤੇ ਸੁੱਚਾ ਬਣ ਜਾਂਦਾ ਹੈ। ਆਪਾਂ ਵੀ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰੀਏ, ਸਤਿਗੁਰੂ ਸਾਡੇ ਸਿਰ ਤੇ ਵੀ ਆਪਣਾ ਮਿਹਰ ਭਰਿਆ ਹੱਥ ਰੱਖਣ। ਮੇਰਾ ਹੀਰੇ ਰਤਨ ਨਾਮ ਹਰ ਬਸਿਓ, ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਣ ਲਾਥਾ। ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰੀਏ, ਗੁਰਾ ਇੱਕ ਦੇ 부ਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਰਬੱਤ ਸੰਗਤਾਂ ਦਾ ਬਹੁਤ ਧੰਨਵਾਦ। ਬੜੇ ਪ੍ਰੇਮ ਸਹਿਤ ਆਪ ਜੀ ਨੇ ਇਕਾਗਰਤਾ ਦੇ ਨਾਲ ਗੁਰਮਤਿ ਵਿਚਾਰਾਂ ਨੂੰ ਸਰਵਨ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਭੁੱਲਾਂ ਨਾ ਚਤਾਰਨੀਆਂ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। BR ਰਿਕਾਰਡਸ ਦਾ ਧਾਰਮਿਕ ਉਪਰਾਲਾ। ਖਾਲਸਾ